मैं हाँ ਭਲਿੰਦਰ ਸਿੰਘ ਵਰਮਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਪੀਡੀਸੀ ਨਾਰਥ ਅਮਰੀਕਾ। ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ। ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੈਟਿਕ ਉਮੀਦਵਾਰ ਹਿਲਰੀ ਕਲਿੰਟਨ ਨੇ 320 ਅਰਬ ਡਾਲਰ ਦੀ ਉੱਚ ਸਿੱਖਿਆ ਯੋਜਨਾ ਵੋਟਰਾਂ ਨਾਲ ਕੀਤੀ ਸਾਂਝੀ। ਕਾਲਜ ਸਿੱਖਿਆ ਸਸਤੀ ਕਰਨ ਦਾ ਦਾਅਵਾ। ਈਰਾਨ ਡੀਲ ਰਾਸ਼ਟਰਪਤੀ ਓਬਾਮਾ ਲਈ ਸਭ ਤੋਂ ਮਹੱਤਵਪੂਰਨ ਮੁੱਦਾ। ਹੁਣ ਇਸ ਨੂੰ ਅਮਰੀਕਾ ਦੇ 29 ਸਾਇੰਸਦਾਨ ਅਤੇ ਵਿਗਿਆਨੀਆਂ ਨੇ ਦਿੱਤੀ ਆਪਣੀ ਹਿਮਾਇਤ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਲੱਗਿਆ ਵੱਡਾ ਝਟਕਾ। ਉਹਨਾਂ ਦੇ ਪੁਰਾਣੇ ਸਾਥੀ ਅਤੇ ਡੈਮੋਕ੍ਰੈਟ ਚੱਕ ਸ਼ੂਮਰ ਨੇ ਈਰਾਨ ਡੀਲ ਨੂੰ ਹਿਮਾਇਤ ਦੇਣ ਤੋਂ ਕੀਤਾ ਇਨਕਾਰ। ਫਰਗਿਊਸਨ ਵਿੱਚ 18 ਸਾਲਾ ਮਾਈਕਲ ਬਰਾਊਨ ਦੀ ਪਹਿਲੀ ਬਰਸੀ ਦੇ ਮੌਕੇ ਤੇ ਕੁਝ ਲੋਕਾਂ ਤੇ ਪੁਲਿਸ ਦਰਮਿਆਨ ਗੋਲੀਬਾਰੀ। ਪੁਲਿਸ ਤੇ ਗੋਲੀ ਚਲਾਉਣ ਵਾਲਾ ਇੱਕ ਸ਼ਖਸ ਹੋਇਆ ਗੰਭੀਰ ਜ਼ਖਮੀ। ਹਿਊਸਟਨ ਸ਼ਹਿਰ ਵਿੱਚ ਇੱਕ ਸ਼ਖਸ ਦੇ 6 ਬੱਚਿਆਂ ਸਮੇਤ 8 ਲੋਕਾਂ ਦਾ ਕੀਤਾ ਕਤਲ। ਬਾਅਦ ਵਿੱਚ ਪੁਲਿਸ ਸਾਹਮਣੇ ਕੀਤਾ ਆਤਮ ਸਮਰਪਣ। ਅਤੇ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਨਿਊਯਾਰਕ ਦੇ ਹਿਕਸਵਿਲ ਵਿਖੇ ਕੱਢੀ ਗਈ ਸ਼ਾਨਦਾਰ ਇੰਡੀਆ ਡੇ ਪਰੇਡ। ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ। ਹੁਣ ਕਰਦੇ ਹਾਂ ਬੁਲੇਟਿਨ ਦਾ ਆਗਾਜ਼। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਦੌੜ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਹਿਲਰੀ ਕਲਿੰਟਨ ਨੇ ਹੁਣ ਤੱਕ ਦੀ ਸ਼ਾਇਦ ਸਭ ਤੋਂ ਵੱਡੀ ਪ੍ਰਭਾਵੀ ਯੋਜਨਾ ਦਾ ਦਾਅਵਾ ਆਪਣੇ ਵੋਟਰਾਂ ਸਾਹਮਣੇ ਪੇਸ਼ ਕੀਤਾ। ਜੀ ਹਾਂ, ਨਿਊ ਹੈਂਪਸ਼ਾਇਰ ਸਮੇਤ ਇਸ ਹਫ਼ਤੇ ਦੇ ਕਈ ਕੈਂਪੇਨ ਸਪੋਰਟਸ ਤੇ ਹਿਲਰੀ ਆਪਣੇ 320 ਅਰਬ ਡਾਲਰ ਡੇ ਹਾਇਰ ਐਜੂਕੇਸ਼ਨ ਪਲਾਨ ਨੂੰ ਲੋਕਾਂ ਨਾਲ ਸਾਂਝਾ ਕਰ ਰਹੇ ਨੇ। ਇਸ ਪਲਾਨ ਦੇ ਜ਼ਰੀਏ ਅਮਰੀਕੀ ਲੋਕਾਂ ਲਈ ਉੱਚ ਸਿੱਖਿਆ ਸਸਤੀ ਜਾਂ ਲਗਭਗ ਮੁਫਤ ਵਰਗੀਕਰਨ ਦੀ ਯੋਜਨਾ ਹੈ। ਜੀ ਹਾਂ, ਜਿਸ ਲਈ ਪੈਸਾ ਜੁਟਾਉਣ ਲਈ ਅਮੀਰ ਲੋਕਾਂ ਨੂੰ ਮਿਲਣ ਵਾਲੀ ਟੈਕਸ ਛੋਟ ਘਟਾਉਣ ਦਾ ਮਸੌਦਾ ਬਣਾਇਆ ਗਿਆ। ਮੰਨਿਆ ਵੀ ਜਾ ਰਿਹਾ ਕਿ ਜਿੱਥੇ ਅਜਿਹੀ ਯੋਜਨਾ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਆਪਣੇ ਵੱਲ ਖਿੱਚੇਗੀ, ਉੱਥੇ ਹੀ ਕੈਂਪੇਨ ਫੰਡ ਦੇਣ ਵਾਲੇ ਅਮੀਰ ਲੋਕ ਹਿਲਰੀ ਤੋਂ ਮੂੰਹ ਮੋੜ ਸਕਦੇ ਨੇ। ਤਾਂ ਈਰਾਨ ਡੀਲ ਦੇ ਈਰਾਨ ਟ੍ਰੀਟੀ ਵਿੱਚ ਤਬਦੀਲ ਹੋਣ ਦੇ ਰਾਹ ਵਿੱਚ ਹਾਲਾਂਕਿ ਕਈ ਰੁਕਾਵਟਾਂ ਵੇਖਣ ਵਿੱਚ ਆ ਰਹੀਆਂ ਨੇ। ਓਬਾਮਾ ਸਰਕਾਰ ਨੂੰ ਇਸ ਸਮੇਂ ਹਰ ਪਾਸਿਓਂ ਹਮਾਇਤ ਦੀ ਜ਼ਰੂਰਤ ਹੈ। ਜਿਸ ਦੇ ਚਲਦਿਆਂ ਅਮਰੀਕਾ ਦੇ 29 ਐਟਮੀ ਅਤੇ ਦੂਜੇ ਵਿਗਿਆਨੀਆਂ ਨੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖ ਕੇ ਡੀਲ ਨੂੰ ਆਪਣੀ ਸਮਰਥਨ ਦੇ ਦਿੱਤਾ ਅਤੇ ਕਿਹਾ ਕਿ ਇਹ ਐਟਮੀ ਜੰਗ ਨੂੰ ਰੋਕਣ ਵਿੱਚ ਜ਼ਰੂਰੀ ਸਹਾਈ ਹੋਏਗੀ। ਅਮਰੀਕਾ ਦੇ 29 ਵਿਗਿਆਨੀਆਂ ਨੇ ਇਕੱਠੇ ਦਸਤਖਤ ਕਰਕੇ ਇੱਕ ਚਿੱਠੀ ਬਰਾਕ ਓਬਾਮਾ ਨੂੰ ਸੌਂਪੀ ਹੈ, ਜਿਸ ਵਿੱਚ ਅਮਰੀਕਾ ਵੱਲੋਂ ਪ੍ਰਵਾਨੀ ਗਈ ਈਰਾਨ ਡੀਲ ਦੀ ਹਮਾਇਤ ਕੀਤੀ ਗਈ ਹੈ। ਇਹ ਸਾਰੇ ਦੇ ਸਾਰੇ ਹੀ ਚੋਟੀ ਦੇ ਸਾਇੰਸਦਾਨ ਹਨ। ਇਹਨਾਂ ਵਿੱਚ ਐਟਮੀ ਮਾਹਿਰ ਅਤੇ ਨੋਬਲ ਇਨਾਮ ਜੇਤੂ ਵੀ ਸ਼ਾਮਲ ਹਨ। ਇਸ ਸਮੇਂ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਈਰਾਨ ਡੀਲ ਦੇ ਮਾਮਲੇ ਵਿੱਚ ਨਾ ਕੇਵਲ ਵਿਰੋਧੀ ਤੇ ਰਿਪਬਲਿਕਨਸ ਦੀ ਹੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਲਕਿ ਹੁਣ ਤਾਂ ਉਸ ਦੀ ਆਪਣੀ ਪਾਰਟੀ ਡੈਮੋਕ੍ਰੇਟਸ ਵਿੱਚ ਵੀ ਵਿਰੋਧੀ ਸੁਰ ਉੱਭਰ ਕੇ ਸਾਹਮਣੇ ਆ ਰਹੇ ਹਨ। ਇਸ ਲਈ ਈਰਾਨ ਸਮਝੌਤੇ ਦੀ ਪ੍ਰਵਾਨਗੀ ਨੂੰ ਲੈ ਕੇ ਜਦੋਜਹਿਦ ਵਿੱਚ ਉਲਝੀ ਹੋਈ ਓਬਾਮਾ ਸਰਕਾਰ ਲਈ ਵਿਗਿਆਨੀਆਂ ਦੀ ਇਹ ਮਦਦ ਬਹੁਤ ਮਹੱਤਵਪੂਰਨ ਹੈ। ਇਹਨਾਂ ਸਾਇੰਸਦਾਨਾਂ ਵੱਲੋਂ ਜਾਰੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਈਰਾਨ ਨਾਲ ਪ੍ਰਵਾਨਿਤ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ JCPOA ਦਰਅਸਲ ਮੱਧ ਪੂਰਬ ਵਿੱਚ ਅਮਨ ਦੇ ਅਮਲ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋਵੇਗਾ। ਇਸ ਦੇ ਨਾਲ ਹੀ ਇਹ ਭਵਿੱਖ ਵਿੱਚ ਵੀ ਇਸ ਵਿਸ਼ੇ ਤੇ ਕੀਤੀ ਜਾਣ ਵਾਲੀ ਪੇਸ਼ਕਦਮੀ ਵਿੱਚ ਮਦਦ ਕਰੇਗਾ। ਇਹਨਾਂ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਐਟਮੀ ਹਥਿਆਰਾਂ ਦੇ ਵਾਧੇ ਨੂੰ ਰੋਕਣ ਵਿੱਚ ਇਸ ਤੋਂ ਪਹਿਲਾਂ ਦੇ ਸਿਰੇ ਚੜ੍ਹੇ ਜਾਂ ਪ੍ਰਸਤਾਵਾਂ ਨਾਲੋਂ ਇਹ ਜ਼ਿਆਦਾ ਸਖਤ ਅਤੇ ਕਾਰਗਰ ਮੱਦਾਂ ਹਨ। ਇਸ ਚਿੱਠੀ ਵਿੱਚ ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਈਰਾਨ ਵੱਲੋਂ ਅੰਦਰ ਖਾਤੇ ਸਮਝੌਤੇ ਦੇ ਵਿਰੁੱਧ ਜਾ ਕੇ ਕਾਰਵਾਈਆਂ ਦੇ ਖਦਸ਼ਿਆਂ ਦੇ ਵੀ ਕੋਈ ਆਸਾਰ ਨਹੀਂ ਹਨ। ਇਸ ਦੀ ਵਜ੍ਹਾ ਇਸ ਸਮਝੌਤੇ ਦੇ ਵਿੱਚ ਹੀ ਵਿਵਾਦਾਂ ਦੇ ਨਿਰਾਕਰਣ ਲਈ ਪੂਰਾ ਵਿਧੀ ਵਿਧਾਨ ਰੱਖਿਆ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ੱਕੀ ਕਾਰਵਾਈਆਂ ਨੂੰ ਰੋਕਣ ਵਿੱਚ ਵੀ ਇਹ ਪੂਰੀ ਤਰ੍ਹਾਂ ਸક્ષਮ ਸਾਬਤ ਹੋਵੇਗਾ। ਗੁਰਚਰਨਜੀਤ ਸਿੰਘ ਲਾਂਬਾ, PTC ਨਿਊਜ਼, ਨਿਊਯਾਰਕ। ਤੇ ਈਰਾਨ ਇੱਕ ਪਾਸੇ ਅਤੇ ਦੂਜੇ ਪਾਸੇ ਅਮਰੀਕਾ, ਬਰਤਾਨੀਆ, ਫਰਾਂਸ, ਰੂਸ, ਚੀਨ ਅਤੇ ਜਰਮਨੀ ਵੱਲੋਂ ਦਸਤਖਤ ਕੀਤੀ ਈਰਾਨ ਡੀਲ ਨੂੰ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਮਿਲਣੀ ਹੀ ਬਾਕੀ ਹੈ। ਪਰ ਇੱਥੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਥੀ ਅਤੇ ਮੌਜੂਦਾ ਸਰਕਾਰ ਯਾਨੀ ਕਿ ਡੈਮੋਕ੍ਰੈਟਿਕ ਪਾਰਟੀ ਦੇ ਅਹਿਮ ਆਗੂ ਚੱਕ ਸ਼ੂਮਰ ਨੇ ਇਸ ਡੀਲ ਨੂੰ ਮੰਨਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਹੈ। ਲਾਜ਼ਮੀ ਹੈ ਇਸ ਇਨਕਾਰ ਤੋਂ ਬਾਅਦ ਸਭ ਤੋਂ ਵੱਡਾ ਝਟਕਾ ਲੱਗਿਆ ਰਾਸ਼ਟਰਪਤੀ ਬਰਾਕ ਓਬਾਮਾ ਨੂੰ। ਅਮਰੀਕਾ ਦੀ ਰਾਜਸੀ ਤੇ ਡੈਮੋਕ੍ਰੈਟਿਕ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹਿਯੋਗੀ ਚੱਕ ਸ਼ੂਮਰ ਨੇ ਖੁੱਲ੍ਹ ਕੇ ਈਰਾਨ ਸਮਝੌਤੇ ਦੇ ਵਿਰੁੱਧ ਆਵਾਜ਼ ਚੁੱਕ ਲਈ ਹੈ। ਇਹ ਓਬਾਮਾ ਲਈ ਚੰਗੀ ਖਬਰ ਨਹੀਂ ਕਹੀ ਜਾ ਸਕਦੀ। 14 ਜੁਲਾਈ ਨੂੰ ਈਰਾਨ ਦੇ ਨਾਲ ਅਮਰੀਕਾ, ਬਰਤਾਨੀਆ, ਫਰਾਂਸ, ਰੂਸ, ਚੀਨ ਅਤੇ ਜਰਮਨੀ ਨਾਲ ਸ਼ਾਮਲ ਹੋਏ ਸਮਝੌਤੇ ਈਰਾਨ ਡੀਲ ਸਿਰੇ ਚੜ੍ਹੀ ਸੀ। ਇਹ ਕਈ ਸਾਲਾਂ ਦੀ ਜਦੋਜਹਿਦ ਅਤੇ ਈਰਾਨ ਦੇ ਵਿਰੁੱਧ ਪ੍ਰਬਲ
ਆਰਥਿਕ ਪਾਬੰਦੀਆਂ ਕਾਫੀ ਵਿਸਥਾਰ ਸਹਿਤ ਮੀਟਿੰਗਾਂ ਦੇ ਬਾਅਦ ਪ੍ਰਵਾਨ ਹੋਈ ਸੀ। ਇਸ ਡੀਲ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਕੌਂਸਲ ਨੇ ਵੀ ਪ੍ਰਵਾਨ ਕਰ ਲਿਆ ਹੈ, ਪਰ ਇਸ ਨੂੰ ਅਮਲ ਵਿੱਚ ਲਿਆਉਣ ਲਈ ਇੱਕ ਬਹੁਤ ਵੱਡਾ ਕਦਮ ਅਮਰੀਕਾ ਦੀ ਆਪਣੀ ਪਾਰਲੀਮੈਂਟ ਜਾਂ ਕਾਂਗਰਸ ਵੱਲੋਂ ਇਸ ਤੇ ਪ੍ਰਵਾਨਗੀ ਦੀ ਮੋਹਰ ਲਗਾਉਣੀ ਬਾਕੀ ਹੈ। ਕਾਂਗਰਸ ਵਿੱਚ ਇਸ ਸਮੇਂ ਵਿਰੋਧੀ ਤੇ ਰਿਪਬਲਿਕਨਸ ਬਹੁ ਗਿਣਤੀ ਵਿੱਚ ਹਨ, ਇਸ ਲਈ ਇੱਥੇ ਇਸ ਸਮਝੌਤੇ ਨੂੰ ਪਾਸ ਕਰਾਉਣਾ ਓਬਾਮਾ ਲਈ ਕਾਫੀ ਅਹਿਮ ਹੈ। ਇਸ ਹਾਲਤ ਵਿੱਚ ਜੇਕਰ ਡੈਮੋਕ੍ਰੇਟਸ ਵੀ ਪੂਰੀ ਤਰ੍ਹਾਂ ਇਕਮਤ ਨਾ ਹੋ ਸਕੇ ਤਾਂ ਮਸਲਾ ਹੋਰ ਪੇਚੀਦਾ ਹੋ ਸਕਦਾ ਹੈ। ਰਿਪਬਲਿਕਨ ਰਾਸ਼ਟਰਪਤੀ ਪਦ ਦੇ ਉਮੀਦਵਾਰ ਟੈਡ ਕਰੂਜ਼ ਨੇ ਇਸ ਮੌਕੇ ਦਾ ਲਾਭ ਉਠਾਉਂਦਿਆਂ ਸ਼ੂਮਰ ਦੇ ਇਸ ਕਦਮ ਦੀ ਪੂਰੀ ਹਮਾਇਤ ਦਾ ਐਲਾਨ ਕਰਦਿਆਂ ਇਸ ਨੂੰ ਇੱਕ ਦਲੇਰਾਨਾ ਕਦਮ ਕਰਾਰ ਦਿੱਤਾ ਹੈ ਅਤੇ ਚੱਕ ਸ਼ੂਮਰ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਈਰਾਨ ਸਮਝੌਤੇ ਦੇ ਵਿਰੁੱਧ ਖੋਲ੍ਹੇ ਗਏ ਮੁਹਾਜ਼ ਦੀ ਅਗਵਾਈ ਕਰੇ। ਚੱਕ ਸ਼ੂਮਰ ਦੀ ਆਪਣੀ ਅਹਿਮੀਅਤ ਹੈ ਕਿਉਂਕਿ ਸੈਨੇਟ ਦੇ ਆਗੂ ਹੈਰੀ ਰੀਡ ਦੇ ਅਸਤੀਫੇ ਦੇ ਬਾਅਦ ਉਸ ਦੀ ਥਾਵੇਂ ਸ਼ੂਮਰ ਦੇ ਸੈਨੇਟ ਆਗੂ ਬਣਨ ਦੀ ਉਮੀਦ ਹੈ। ਇਸ ਹਾਲਤ ਵਿੱਚ ਇਸ ਗੱਲ ਦੇ ਆਸਾਰ ਹਨ ਕਿ ਸ਼ੂਮਰ ਦੂਜੇ ਡੈਮੋਕ੍ਰੇਟ ਮੈਂਬਰਾਂ ਨੂੰ ਵੀ ਦਲ ਬਦਲੀ ਲਈ ਪ੍ਰੇਰ ਸਕਦਾ ਹੈ। ਗੁਰਚਰਨਜੀਤ ਸਿੰਘ ਲਾਂਬਾ, PTC ਨਿਊਜ਼, ਨਿਊਯਾਰਕ। ਅੱਗੇ ਵਧਿਆ, ਅਮਰੀਕਾ ਦੇ ਮੈਸੂਰੀ ਸੂਬੇ ਦੇ ਫਰਗਿਊਸਨ ਸ਼ਹਿਰ ਵਿੱਚ ਬੀਤੀ ਦੇਰ ਰਾਤ ਅਫਰੀਕਨ ਅਮਰੀਕਨ 18 ਸਾਲਾਂ ਦੇ ਮਾਈਕਲ ਬਰਾਊਨ, ਜਿਸ ਨੂੰ ਕਿ 1 ਸਾਲ ਪਹਿਲਾਂ ਅਮਰੀਕੀ ਪੁਲਿਸ ਅਧਿਕਾਰੀ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਦੀ ਪਹਿਲੀ ਬਰਸੀ ਦੇ ਮੌਕੇ ਤੇ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਕੁਝ ਲੋਕਾਂ ਨੇ ਪੁਲਿਸ ਅਧਿਕਾਰੀਆਂ ਤੇ ਗੋਲੀਆਂ ਚਲਾ ਦਿੱਤੀਆਂ। ਬਾਅਦ ਵਿੱਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਗੋਲੀ ਚਲਾਉਣ ਵਾਲਾ ਇੱਕ ਸ਼ਖਸ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਹਾਲਾਂ ਵੀ ਨਾਜ਼ੁਕ ਬਣੀ ਹੋਈ ਹੈ। ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ, ਇਹ ਨੇ ਮਿਜ਼ੋਰੀ ਸੂਬੇ ਦੇ ਫਰਗੂਸਨ ਇਲਾਕੇ ਦੀਆਂ, ਜਿੱਥੇ ਲੋਕ 1 ਸਾਲ ਪਹਿਲਾਂ ਪੁਲਿਸ ਅਧਿਕਾਰੀ ਹੱਥੋਂ ਮਾਰੇ ਗਏ ਅਫਰੀਕਨ ਅਮਰੀਕਨ ਮੂਲ ਦੇ 18 ਸਾਲਾ ਨੌਜਵਾਨ ਮਾਈਕਲ ਬਰਾਊਨ ਦੀ ਪਹਿਲੀ ਬਰਸੀ ਮਨਾ ਰਹੇ ਸੀ। ਇੱਥੇ ਅਚਾਨਕ ਮਾਹੌਲ ਵਿੱਚ ਤਲਖੀ ਉਸ ਵੇਲੇ ਆ ਗਈ ਜਦ ਇੱਕ ਸ਼ਖਸ ਨੇ ਪੁਲਿਸ ਅਧਿਕਾਰੀਆਂ ਤੇ ਗੋਲੀਆਂ ਚਲਾ ਦਿੱਤੀਆਂ। ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਅਤੇ ਉਸ ਸ਼ਖਸ ਤੇ ਵੀ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਦੋਵੇਂ ਪਾਸੇ ਜੰਮ ਕੇ ਗੋਲੀਬਾਰੀ ਹੋਈ। ਇਹਨਾਂ ਤਸਵੀਰਾਂ ਦੇ ਨਾਲ-ਨਾਲ ਤੁਸੀਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣ ਸਕਦੇ ਹੋ। ਪੁਲਿਸ ਨੂੰ ਸਥਿਤੀ ਤੇ ਕਾਬੂ ਪਾਉਣ ਵਾਸਤੇ ਅਤੇ ਮੌਕੇ ਤੇ ਇਕੱਠੇ ਹੋਏ ਲੋਕਾਂ ਨੂੰ ਖਦੇੜਨ ਵਾਸਤੇ ਸਮੋਕ ਗ੍ਰੇਨੇਡਸ ਦਾ ਵੀ ਇਸਤੇਮਾਲ ਕਰਨਾ ਪਿਆ। ਬਾਅਦ ਵਿੱਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੁਲਿਸ ਤੇ ਗੋਲੀਆਂ ਚਲਾਉਣ ਵਾਲਾ ਸ਼ਖਸ ਗੰਭੀਰ ਜ਼ਖਮੀ ਹੋ ਗਿਆ। ਇਸ ਵਾਰਦਾਤ ਵਿੱਚ 3 ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ, ਜਦਕਿ ਪੁਲਿਸ ਦੀਆਂ 3 ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਇਸ ਮੌਕੇ ਤੇ 4 ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਈਕਲ ਬਰਾਊਨ ਦੀ ਬਰਸੀ ਦੇ ਮੌਕੇ ਤੇ ਲੋਕ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਹੀ ਰਹੇ ਸੀ ਕਿ ਕੁਝ ਲੋਕ ਜਿਹੜੇ ਇਸ ਪ੍ਰੋਟੈਸਟ ਵਿੱਚ ਸ਼ਾਮਿਲ ਵੀ ਨਹੀਂ ਸੀ ਅਤੇ ਲੋਕ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲੋਕ। ਇਸ ਦੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਇਆ ਹੈ। ਉਸ ਦਾ ਨਾਂ ਟਾਇਰਨ ਹੈਰਿਸ ਹੈ ਅਤੇ ਉਸ ਦੀ ਉਮਰ 18 ਸਾਲ ਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਜ਼ਖਮੀ ਹੋਇਆ ਹੈਰਿਸ ਮਾਈਕਲ ਬਰਾਊਨ, ਜਿਸ ਦੀ ਬਰਸੀ ਦੇ ਮੌਕੇ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਨਾਲ ਪੜਦਾ ਸੀ ਅਤੇ ਉਸ ਦਾ ਜਿਗਰੀ ਦੋਸਤ ਸੀ। ਪੁਲਿਸ ਨੇ ਮੌਕੇ ਤੋਂ ਇੱਕ ਚੋਰੀ ਕੀਤੀ ਹੋਈ ਤੇ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿੱਚ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਅਤੇ ਇੱਕ ਸ਼ਖਸ ਦੇ ਪਤੀ, ਪਤਨੀ ਅਤੇ ਉਹਨਾਂ ਦੇ 6 ਮਾਸੂਮ ਬੱਚਿਆਂ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਾਅਦ ਵਿੱਚ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਇਸ ਸ਼ਖਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਹੋਇਆਂ ਪੁਲਿਸ ਕੋਲ ਆਤਮ ਸਮਰਪਣ ਵੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਸ਼ਖਸ ਦੇ ਕੁਝ ਸਾਲ ਪਹਿਲਾਂ ਕਤਲ ਕੀਤੀ ਗਈ ਔਰਤ ਨਾਲ ਸੰਬੰਧ ਵੀ ਦੱਸੇ ਜਾ ਰਹੇ ਨੇ, ਜਿਸ ਨੂੰ ਲੈ ਕੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਨੇ ਇੱਕੋ ਪਰਿਵਾਰ ਦੇ ਉਹ 8 ਲੋਕ ਜਿਨ੍ਹਾਂ ਦਾ ਬੜੀ ਹੀ ਬੇਰਹਿਮੀ ਨਾਲ ਇੱਕ ਸ਼ਖਸ ਵੱਲੋਂ ਹਿਊਸਟਨ ਸਥਿਤ ਉਹਨਾਂ ਦੇ ਘਰ ਵਿੱਚ ਵੜ ਕੇ ਕਤਲ ਕੀਤਾ ਹੈ। ਇਸ ਪਰਿਵਾਰ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਹ ਐਤਵਾਰ ਦਾ ਦਿਨ ਹੀ ਨਹੀਂ ਵੇਖਣਗੇ। ਇਸ ਘਰ ਵਿੱਚ 49 ਸਾਲਾ ਡੇਵਿਡ ਰੇ ਕੋਨਲੇ ਸ਼ਨੀਵਾਰ ਦੀ ਦੇਰ ਰਾਤ ਖਿੜਕੀ ਰਾਹੀਂ ਵੜਿਆ। ਇਸ ਨੇ ਘਰ ਵਿੱਚ ਮੌਜੂਦ 50 ਸਾਲਾ ਡਵੈਨੇ ਜੈਕਸਨ, 40 ਸਾਲਾ ਉਸ ਦੀ ਘਰਵਾਲੀ ਵੈਲਰੀ ਜੈਕਸਨ ਅਤੇ ਉਸ ਦੇ 6 ਮਾਸੂਮ ਬੱਚਿਆਂ ਨੂੰ ਬੰਦਕ ਬਣਾ ਲਿਆ। ਇਸ ਨੇ ਸਾਰਿਆਂ ਦੇ ਹੱਥਕੜੀ ਨਾਲ ਪਿੱਛੇ ਬੰਨ੍ਹ ਦਿੱਤੇ ਅਤੇ ਉਸ ਤੋਂ ਬਾਅਦ ਸਾਰਿਆਂ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਘਰ ਨੂੰ ਘੇਰ ਲਿਆ, ਜਿਸ ਤੋਂ ਬਾਅਦ ਕੁਝ ਦੇਰ ਮੁਕਾਬਲੇ ਤੋਂ ਬਾਅਦ ਇਸ ਸ਼ਖਸ ਨੇ ਪੁਲਿਸ ਕੋਲ ਆਪਣਾ ਜੁਰਮ ਕਬੂਲ ਕਰਦੇ ਹੋਏ ਆਤਮ ਸਮਰਪਣ ਕਰ ਦਿੱਤਾ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਕੋਨਲੇ ਦੇ ਕਤਲ ਕੀਤੀ ਗਈ ਔਰਤ ਵੈਲਰੀ ਨਾਲ ਕੁਝ ਸਾਲ ਪਹਿਲਾਂ ਸੰਬੰਧ ਸੀ ਅਤੇ ਉਹ ਵੈਲਰੀ ਦੇ ਘਰ ਵਿੱਚ ਹੀ ਰਹਿੰਦਾ ਸੀ। ਇਹਨਾਂ ਦੋਵਾਂ ਤੋਂ ਇੱਕ ਲੜਕਾ ਵੀ ਸੀ ਜੋ ਆਪਣੀ ਮਾਂ ਵੈਲਰੀ ਦੇ ਨਾਲ ਹੀ ਰਹਿੰਦਾ ਸੀ। ਉਹ ਵੀ ਕੋਨਲੇ ਵੱਲੋਂ ਕਤਲ ਕੀਤੇ ਗਏ 6 ਬੱਚਿਆਂ ਵਿੱਚ ਹੀ ਸ਼ਾਮਲ ਹੈ। ਬਾਅਦ ਵਿੱਚ ਵੈਲਰੀ ਅਤੇ ਕੋਨਲੇ ਦੇ ਸੰਬੰਧ ਵਿਗੜ ਗਏ ਅਤੇ ਵੈਲਰੀ ਨੇ ਕੋਨਲੇ ਨੂੰ ਘਰੋਂ ਕੱਢ ਦਿੱਤਾ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੋਨਲੇ ਅਪਰਾਧਕ ਪਿਛੋਕੜ ਦਾ ਸ਼ਖਸ ਹੈ ਅਤੇ ਇਹ ਪਹਿਲਾਂ ਵੀ ਕਈ ਵਾਰ ਚੋਰੀ, ਸ਼ਰਾਬ ਪੀ ਕੇ ਕਾਰ ਚਲਾਉਣ, ਲੋਕਾਂ ਨੂੰ ਧਮਕਾਉਣ ਅਤੇ ਕੋਕੀਨ ਰੱਖਣ ਦੇ ਜੁਰਮਾਂ ਹੇਠ ਗ੍ਰਿਫਤਾਰ ਹੋ ਚੁੱਕਾ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਕੋਨਲੇ ਨੂੰ ਸਾਲ 2000 ਵਿੱਚ ਆਪਣੀ ਗਰਲਫ੍ਰੈਂਡ ਵੈਲਰੀ ਨੂੰ ਅਤੇ ਉਸਦੇ ਬੱਚੇ ਨੂੰ ਜਾਨੋਂ ਮਾਰਨ ਵਾਸਤੇ ਧਮਕਾਉਣ ਦੇ ਜੁਰਮ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ 5 ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਸੀ। ਇਸ ਤੋਂ ਬਾਅਦ ਇਸ ਨੂੰ ਇੱਕ ਪਰਿਵਾਰ ਨੂੰ ਧਮਕਾਉਣ ਕਾਰਨ 9 ਮਹੀਨੇ ਦੀ ਸਜ਼ਾ ਹੋਈ। ਹੁਣ ਹਾਲ ਹੀ ਵਿੱਚ ਇਸ ਨੇ ਇੱਕ ਵਾਰ ਫਿਰ ਵੈਲਰੀ ਦੇ ਘਰ ਵਿੱਚ ਵੜ ਕੇ ਉਸ ਨਾਲ ਮਾਰਕੁੱਟ ਕੀਤੀ ਸੀ ਤੇ ਹੁਣ ਇਸ ਵਾਰਦਾਤ ਦੇ ਵਿੱਚ ਇਸ ਨੇ ਉਸ ਦੇ ਪੂਰੇ ਪਰਿਵਾਰ ਦੇ 8 ਮੈਂਬਰਾਂ ਨੂੰ ਹੀ ਕਤਲ ਕਰ ਦਿੱਤਾ। ਕੁਮਾਰ ਸੰਜੀਵ, PTC ਨਿਊਜ਼, ਨਿਊਯਾਰਕ। ਤੇ ਤੁਰਦੇ ਛੋਟੇ ਜਿਹੇ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗੇ ਗੱਲ ਕਰਾਂਗੇ ਨਿਊਯਾਰਕ ਦੇ ਹਿਕਸਵਿਲ ਦੀ, ਜਿੱਥੇ ਕਿ ਕੱਢੀ ਗਈ ਇੰਡੀਆ ਡੇ ਪਰੇਡ। ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸੋਮਵਾਰ ਨੂੰ ਅਮਰੀਕੀ ਮੀਡੀਆ ਦੇ ਸਭ ਤੋਂ ਵੱਡੇ ਹਲਕਿਆਂ ਵਿੱਚ ਇੰਟੈਲੀਜੈਂਸ ਦੇ ਟੌਪ ਸੀਕ੍ਰੇਟ ਸੂਤਰਾਂ ਦੇ ਹਵਾਲੇ ਨਾਲ ਇਸ ਖਬਰ ਨੂੰ ਜ਼ੋਰਾਂ ਸ਼ੋਰਾਂ ਦੇ ਨਾਲ ਲਿਆਂਦਾ ਗਿਆ ਕਿ ਏਜੰਸੀਆਂ ਦੇ ਖੁਫੀਆ ਦਸਤਾਵੇਜ਼ਾਂ ਵਿੱਚ ਇਹ ਗੱਲ ਲੁਕੀ ਹੋਈ ਹੈ ਕਿ ਚੀਨੀ ਹੈਕਰ ਅਪ੍ਰੈਲ 2010 ਤੋਂ ਅਮਰੀਕੀ ਉੱਚ ਅਫਸਰਾਂ ਦੀਆਂ ਈਮੇਲਸ ਹੈਕ ਕਰ ਰਹੇ ਸਨ। ਜਿਹਾਂ ਜਾਣਕਾਰੀ ਮੁਤਾਬਕ ਬਹੁਤੀ ਹੈਕਿੰਗ ਜ਼ਾਤੀ ਈਮੇਲ ਅਕਾਊਂਟ ਸੀ ਹੋਈ ਕਿਉਂਕਿ ਸਰਕਾਰੀ ਸਰਵਰ ਖਾਸੇ ਸੁਰੱਖਿਅਤ ਸਨ। 2014 ਵਿੱਚ ਹੋਈ ਇੱਕ NSA ਬਰੀਫਿੰਗ ਦੀ ਰਿਪੋਰਟ ਮੁਤਾਬਕ ਈਮੇਲਸ ਵਿੱਚ ਦਖਲ ਅੰਦਾਜ਼ੀ ਪਹਿਲਾਂ ਸਾਲ 2010 ਵਿੱਚ ਫੜੀ ਗਈ ਸੀ, ਜਿਹੜੀ ਕਿ ਸਾਲ 2014 ਤੱਕ ਵੀ ਜਾਰੀ ਸੀ। ਇਸ ਹੈਕਿੰਗ ਦਾ ਮੁੱਖ ਨਿਸ਼ਾਨਾ ਸੁਰੱਖਿਆ ਅਤੇ ਵਪਾਰ ਮਾਮਲਿਆਂ ਦੇ ਸੀਨੀਅਰ ਅਮਰੀਕੀ ਅਫਸਰਾਂ ਨੂੰ ਬਣਾਇਆ ਗਿਆ ਸੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸੋਨੀ ਕੰਪਨੀ ਤੇ ਸਾਈਬਰ ਅਟੈਕ ਅਤੇ ਫਿਰ ਲੱਖਾਂ ਅਮਰੀਕੀ ਲੋਕਾਂ ਦੇ ਸੋਸ਼ਲ ਸਿਕਿਉਰਿਟੀ ਡਾਟਾ ਨੂੰ ਚੋਰੀ ਹੋਣ ਦੇ ਕਸੂਰਵਾਰ ਵੀ ਚੀਨੀ ਹੈਕਰ ਠਹਿਰਾਏ ਗਏ ਸਨ। ਪਰ ਰੋਚਕ ਵਾਲੀ ਗੱਲ ਇਹ ਵੀ ਹੈ ਕਿ ਕਿਉਂਕਿ ਇਸ ਕੰਮ ਲਈ ਜ਼ਿੰਮੇਦਾਰ ਲੋਕ ਸਰਕਾਰੀ ਮੁਲਾਜ਼ਮ ਨਾ ਹੋ ਕੇ ਆਮ ਨਾਗਰਿਕ ਨੇ, ਇਸ ਕਾਰਨ ਅਮਰੀਕਾ ਵੱਲੋਂ ਚੀਨ ਤੇ ਇੱਕ ਹੱਦ ਤੋਂ ਵੱਧ ਦਬਾਅ ਵੀ ਨਹੀਂ ਪਾਇਆ ਜਾ ਸਕਦਾ। ਤੇ ਬੀਤੇ ਹਫ਼ਤੇ ਮੁਕੰਟਾ ਕੈਲੀਫੋਰਨੀਆ ਦੇ ਜੰਗਲਾਂ ਦੀ ਭਿਆਨਕ ਅੱਗ ਇੱਕ ਹੋਰ ਫਾਇਰ ਫਾਈਟਰ ਦੀ ਜਾਨ ਲੈ ਚੁੱਕੀ ਸੀ। ਜਿਹਾਂ ਸ਼ਿੰਗਲ ਸਪ੍ਰਿੰਗਸ ਦੇ ਸੀਅਰਾ ਫੁੱਟ ਹਿਲ ਇਲਾਕੇ ਦੇ ਮਾਈਕਲ ਹੈਲਨ ਬੈਕ ਨਾਂ ਦੇ 21 ਸਾਲਾ ਫਾਇਰ ਫਾਈਟਰ ਦੀ ਸ਼ਨੀਵਾਰ ਅੱਗ ਬੁਝਾਊ ਕਾਰਜਾਂ ਦੌਰਾਨ ਜਾਨ ਚਲੀ ਗਈ। ਸ਼ਨੀਵਾਰ ਨੂੰ ਪਿਛਲੇ ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਕਾਬੂ ਵਿੱਚ ਆਉਂਦੀ ਜੰਗਲਾਂ ਦੀ ਇਹ ਅੱਗ ਬਿਜਲੀ ਡਿੱਗਣ ਕਾਰਨ ਦਰਜਨਾਂ ਥਾਵਾਂ ਤੇ ਫੇਰ ਭੜਕ ਪਈ। ਖਤਰਨਾਕ ਗੱਲ ਇਹ ਵੀ ਹੈ ਕਿ ਜਿੱਥੇ ਹੁਣ ਤੱਕ 50 ਦੇ ਕਰੀਬ ਅੱਗ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ, ਉੱਥੇ ਹੀ ਮਾਹਰ ਇਹ ਵੀ ਦੱਸਦੇ ਨੇ ਕਿ ਅੱਗ ਲੱਗਣ ਦਾ ਅਸਲੀ ਸਮਾਂ ਹਾਲਾਂ ਵੀ ਪਿਆ, ਕਿਉਂਕਿ ਘੱਟ ਨਮੀ ਵਾਲੇ ਮੌਨਸੂਨ ਵਿੱਚ ਬਿਜਲੀ ਡਿੱਗਣ ਨਾਲ ਅੱਗ ਦੀਆਂ ਵਾਰਦਾਤਾਂ ਲਗਾਤਾਰ ਵਧਣਗੀਆਂ। ਜਿੱਥੇ ਪਿਛਲੇ ਕਈ ਸਾਲਾਂ ਦੇ ਸੋਕੇ ਕਾਰਨ ਜੰਗਲਾਂ ਵਿੱਚ ਸੁੱਕੇ ਦਰਖਤਾਂ ਅਤੇ ਝਾੜੀਆਂ ਦੀ ਭਰਮਾਰ ਹੈ, ਉੱਥੇ ਹੀ ਥੋੜੀ ਪੈਣ ਵਾਲੀ ਵਰਖਾ ਅਤੇ ਮੀਂਹ ਦੀ ਕੋਸ਼ਿਸ਼ ਵਿੱਚ ਆਪਸ ਵਿੱਚ ਟਕਰਾਉਣ ਵਾਲੇ ਖੁਸ਼ਕ ਬੱਦਲਾਂ ਕਾਰਨ ਇਹਨਾਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਏਗਾ। ਹੁਣ ਤੱਕ ਜੁਲਾਈ ਦੇ ਆਖਰੀ ਹਫ਼ਤੇ ਨੇ ਹੀ 4200 ਤੋਂ ਵੱਧ ਅੱਗ ਦੀਆਂ ਵਾਰਦਾਤਾਂ ਵਿੱਚ 1 ਲੱਖ ਏਕੜ ਤੋਂ ਵੱਧ ਜੰਗਲੀ ਇਲਾਕਿਆਂ ਨੂੰ ਸੜ ਕੇ ਸੁਆਹ ਕਰ ਦਿੱਤਾ ਹੈ, ਜਿਹੜਾ ਕਿ ਪਿਛਲੇ ਸਾਲਾਂ ਨਾਲੋਂ ਲਗਭਗ ਦੁੱਗਣਾ ਬਣਦਾ ਹੈ। ਨਿਊਯਾਰਕ ਅਤੇ ਕੈਲੀਫੋਰਨੀਆ ਦੇ ਹਵਾਈ ਅੱਡਿਆਂ ਤੋਂ ਬਾਅਦ ਹੁਣ ਨਿਊ ਜਰਸੀ ਦੇ ਨਿਊਯਾਰਕ ਲਿਬਰਟੀ ਐਕਸਪ੍ਰੈਸ ਹਵਾਈ ਅੱਡੇ ਤੇ ਵੀ ਅਣਪਛਾਤੇ ਡਰੋਨ ਨਜ਼ਰ ਆਉਣ ਲੱਗੇ ਨੇ। ਜਿਹਾਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਐਤਵਾਰ ਨੂੰ ਲਗਭਗ ਨੇੜੇ ਤੇੜੇ ਦੇ ਸਮਿਆਂ ਤੇ 4 ਹਵਾਈ ਜਹਾਜ਼ਾਂ ਨੂੰ ਏਅਰਪੋਰਟ ਤੋਂ 8 ਤੋਂ 13 ਮੀਲ ਦੀ ਦੂਰੀ ਤੇ 2 ਤੋਂ 3000 ਫੁੱਟ ਦੀ ਉਚਾਈ ਤੇ ਇਹ ਡਰੋਨ ਨਜ਼ਰ ਆਇਆ। ਐਕਸਪ੍ਰੈਸ ਜੈਟ, ਨਾਰਥ ਵੈਸਟ ਏਅਰਲਿੰਕ ਅਤੇ ਯੂਨਾਈਟਿਡ ਏਅਰਵੇਜ਼ ਦੇ 2 ਜਹਾਜ਼ਾਂ ਦੇ ਕ੍ਰਿਊ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਜਹਾਜ਼ ਆਰਾਮ ਨਾਲ ਲੈਂਡ ਹੋ ਗਏ ਅਤੇ ਡਰੋਨ ਕਾਰਨ ਕਿਸੇ ਵੀ ਕਿਸਮ ਦੀ ਐਮਰਜੈਂਸੀ ਜਾਂ ਫਿਰ ਰਾਹ ਵਿੱਚ ਤਬਦੀਲੀ ਦੀ ਲੋੜ ਨਹੀਂ ਪਈ। ਪਰ ਇਹ ਸਾਫ਼ ਹੈ ਕਿ ਏਅਰਪੋਰਟ ਦੇ 5 ਮੀਲ ਦੇ ਦਾਇਰੇ ਦੇ ਅੰਦਰ ਡਰੋਨ ਉਡਾਉਣ ਲਈ FAA ਨੂੰ ਜਾਣਕਾਰੀ ਦੇਣ ਦੀ ਜੋ ਸ਼ਰਤ ਹੈ, ਉਸ ਨੂੰ ਕੋਈ ਗੜਬੜ ਜ਼ਰੂਰ ਹੋਈ ਹੈ। ਇਸ ਦੇ ਨਾਲ ਹੀ ਸ਼ੌਂਕੀਆ ਡਰੋਨ ਸਿਰਫ 400 ਅਤੇ ਡਿਲੀਵਰੀ ਜਾਂ ਫਿਰ ਮੌਸਮ ਆਦਿ ਵਾਲੇ ਕਮਰਸ਼ੀਅਲ ਡਰੋਨ 500 ਫੁੱਟ ਤੱਕ ਤੇ ਹੀ ਉਡਾਏ ਜਾ ਸਕਦੇ ਨੇ। ਯਾਦ ਕਰਾ ਦਈਏ ਕਿ ਫਾਇਰ ਫਾਈਟਰ ਜਹਾਜ਼ਾਂ ਦੇ ਰਾਹ ਵਿੱਚ ਡਰੋਨ ਆਉਣ ਕਾਰਨ ਕੁਝ ਦਿਨ ਪਹਿਲਾਂ ਹੀ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਦਾ ਕੰਮ ਮੁਸ਼ਕਲ ਵਿੱਚ ਪੈ ਗਿਆ ਸੀ। ਹੁਣ ਕਮਰਸ਼ੀਅਲ ਹਵਾਈ ਅੱਡਿਆਂ ਤੇ ਫਲਾਈਟਸ ਦੇ ਰਾਹ ਵਿੱਚ ਡਰੋਨਸ ਦਾ ਆਉਣਾ ਉਸੇ ਤਰ੍ਹਾਂ ਦਾ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਖਤਰਨਾਕ ਹਾਲਾਤਾਂ ਲਈ ਜ਼ਿੰਮੇਵਾਰ ਹੋ ਸਕਦਾ ਹੈ। ਜੁੜਵਾ ਬੱਚੇ ਪੈਦਾ ਹੋਣਾ ਵੀ ਕੁਦਰਤ ਦਾ ਕਰਿਸ਼ਮਾ ਹੀ ਹੈ ਅਤੇ ਜੇਕਰ ਕਿਤੇ ਇਸ ਤਰ੍ਹਾਂ ਦੇ ਜੁੜਵੇ ਬੱਚੇ ਤੁਹਾਨੂੰ ਮਿਲ ਜਾਣ ਤਾਂ ਹਰ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਆ ਹੀ ਜਾਂਦੀ ਹੈ। ਪਰ ਓਹਾਇਓ ਵਿੱਚ ਇਸ ਤਰ੍ਹਾਂ ਦੇ 2053 ਟਵਿੰਸ ਦਾ ਸ਼ਾਨਦਾਰ 40ਵਾਂ ਸਾਲਾਨਾ ਮੇਲਾ ਵੇਖਣ ਨੂੰ ਮਿਲਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਮਾਵੜਾ ਵੀ ਮੌਜੂਦ ਰਿਹਾ। ਅਮਰੀਕੀ ਲਿਖਾਰੀ ਹੈਨਰੀ ਵੀਲਰ ਸ਼ਾਹ ਜਾਂ ਜਾਸ਼ ਬਿਲਿੰਗਸ ਨੇ ਕਿਹਾ ਸੀ ਕਿ ਸੰਸਾਰ ਵਿੱਚ 2 ਚੀਜ਼ਾਂ ਐਸੀਆਂ ਹਨ ਜਿਨ੍ਹਾਂ ਲਈ ਅਸੀਂ ਕਦੇ ਵੀ ਪੂਰੀ ਤਰ੍ਹਾਂ ਤਿਆਰੀ ਨਹੀਂ ਕੀਤੀ ਹੁੰਦੀ। ਇਹ ਹੈ ਜੁੜਵਾਂ ਬੱਚੇ। ਹੁਣ ਓਹਾਇਓ ਵਿੱਚ 40ਵਾਂ ਵਿਸ਼ਵ ਜੁੜਵਿਆਂ ਦਾ ਮੇਲਾ ਲੱਗਿਆ,
ਪਿਛਲੇ 11 ਸਾਲਾਂ ਤੋਂ ਇਸ ਮੇਲੇ ਦਾ ਪ੍ਰਬੰਧ ਸੇਂਟ ਗੈਰਲਡ ਪੈਰਿਸ਼ ਹੋਲੀ ਨੇਮ ਸੁਸਾਇਟੀ ਕਰਵਾ ਰਹੀ ਹੈ। ਇਹ ਮੇਲਾ ਵੀ 2 ਦਿਨ ਦਾ ਹੀ ਰੱਖਿਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਲੱਗਿਆ ਵੀ ਸ਼ਹਿਰ ਟਵਿੰਸਬਰਗ ਵਿੱਚ ਹੀ ਸੀ। ਇਸ ਮੇਲੇ ਵਿੱਚ 2053 ਇੱਕੋ ਜਿਹੀਆਂ ਸ਼ਕਲਾਂ ਸੂਰਤਾਂ ਵਾਲੇ ਜੁੜਵਾਂ ਸ਼ਾਮਲ ਹੋਏ। ਇਸ ਵਿੱਚ ਕੇਵਲ ਇੱਕੋ ਜਿਹੀਆਂ ਸ਼ਕਲਾਂ ਵਾਲੇ ਜੁੜਵੇਂ ਜਾਂ ਦੋ ਹੀ ਨਹੀਂ ਸਨ, ਬਲਕਿ ਟ੍ਰਿਪਲੈਟ ਇੱਕੋ ਜਿਹੇ 3 ਅਤੇ ਕੁਆਡਸ ਇੱਕੋ ਜਿਹੇ 4 ਵੀ ਸਨ। ਇਸ ਵਿੱਚ ਸ਼ਾਮਲ ਹੋਣ ਵਾਲੇ ਗੋਦੀ ਦੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਸਾਰੇ ਹੀ ਸ਼ਾਮਲ ਸਨ। ਇਹ ਮੇਲਾ 1975 ਵਿੱਚ ਸ਼ੁਰੂ ਹੋਇਆ ਸੀ ਅਤੇ ਸੰਸਾਰ ਵਿੱਚ ਇਸ ਤਰ੍ਹਾਂ ਦੇ ਹਮ ਸ਼ਕਲਾਂ ਦਾ ਇਹ ਸਭ ਤੋਂ ਵੱਧ ਮਸ਼ਹੂਰ ਅਤੇ ਮਨਪਸੰਦ ਮੇਲਾ ਹੈ। ਇਸ ਦੇ ਨਾਲ ਹੀ ਸ਼ਾਮਲ ਹੋਣ ਵਾਲੇ ਲੋਕਾਂ ਦੀ ਉਤਸੁਕਤਾ ਅਤੇ ਹੈਰਾਨੀ ਦਾ ਪੂਰਾ ਲੁਤਫ ਉਠਾਉਂਦੇ ਲੱਗਦੇ ਹਨ। ਲੋਕਾਂ ਵਿੱਚ ਇਸ ਦੀ ਮਕਬੂਲੀਅਤ ਇਤਨੀ ਜ਼ਿਆਦਾ ਹੈ ਕਿ ਬੜੀ ਹੀ ਤੀਬਰਤਾ ਨਾਲ ਲੋਕ ਇਸ ਸਮਾਗਮ ਦੀ ਉਡੀਕ ਕਰਦੇ ਰਹਿੰਦੇ ਹਨ। ਇਸ ਵਿੱਚ ਸ਼ਾਮਲ ਹੋਣ ਵਾਲੀਆਂ ਜੁੜਵਾਂ ਭੈਣਾਂ ਦਾ ਕਹਿਣਾ ਸੀ ਕਿ ਅਸੀਂ ਇੱਥੇ ਹਰ ਸਾਲ ਆਉਣਾ ਚਾਹੁੰਦੀਆਂ ਹਾਂ। ਇਹ ਸਾਨੂੰ ਆਪਣਾ ਦੂਜਾ ਅਤੇ ਵਧਿਆ ਹੋਇਆ ਪਰਿਵਾਰ ਨਜ਼ਰ ਆਉਂਦਾ ਹੈ। ਸ਼ਾਮਲ ਹੋਣ ਵਾਲੇ ਸਾਰੇ ਇੱਕੋ ਜਿਹੇ ਦਿਸਦੇ ਤਾਂ ਸਨ ਹੀ, ਪਰ ਇਹਨਾਂ ਨੇ ਮਾਮਲੇ ਨੂੰ ਦਿਲਚਸਪ ਅਤੇ ਪੇਚੀਦਾ ਬਣਾਉਣ ਲਈ ਕੱਪੜੇ ਵੀ ਬਿਲਕੁਲ ਇੱਕੋ ਜਿਹੇ ਪਾਏ ਹੋਏ ਸਨ। ਇਸ ਦੇ ਬਾਅਦ ਇਹਨਾਂ ਦੀ ਇੱਕ ਸ਼ਾਨਦਾਰ ਪਰੇਡ ਵੀ ਕੱਢੀ ਗਈ, ਜਿਸ ਨੂੰ ਵੇਖਣ ਵਾਲੇ ਬਹੁਤ ਹੀ ਖੁਸ਼ ਅਤੇ ਉਤਸ਼ਾਹ ਵਿੱਚ ਨਜ਼ਰ ਆ ਰਹੇ ਸਨ। ਅਖੀਰ ਵਿੱਚ ਇਸ ਮੇਲੇ ਦੀ 40ਵੀਂ ਸਾਲਗਿਰਾ ਤੇ ਇੱਕ ਸ਼ਾਨਦਾਰ ਕੇਕ ਵੀ ਕੱਟਿਆ ਗਿਆ। ਗੁਰਚਰਨਜੀਤ ਸਿੰਘ ਲਾਂਬਾ, PTC ਨਿਊਜ਼, ਨਿਊਯਾਰਕ। ਹਿੰਦੁਸਤਾਨ ਦੇ 68ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਨਿਊਯਾਰਕ ਦੇ ਹਿਕਸਵਿਲ ਇਲਾਕੇ ਵਿੱਚ ਹਿੰਦੁਸਤਾਨੀ ਭਾਈਚਾਰੇ ਵੱਲੋਂ ਸ਼ਾਨਦਾਰ ਇੰਡੀਆ ਡੇ ਪਰੇਡ ਕੱਢੀ ਗਈ ਅਤੇ ਇੱਕ ਖਾਸ ਸਮਾਗਮ ਦਾ ਵੀ ਪ੍ਰਬੰਧ ਕੀਤਾ ਗਿਆ। ਹਿੰਦੁਸਤਾਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਪ੍ਰਬੰਧ ਕੀਤੀ ਗਈ ਇਸ ਪਰੇਡ ਅਤੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ। ਹਿੰਦੁਸਤਾਨ ਦਾ ਆਜ਼ਾਦੀ ਦਿਹਾੜਾ ਨਿਊਯਾਰਕ ਦੇ ਹਿਕਸਵਿਲ ਇਲਾਕੇ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਿਕਸਵਿਲ ਦੀਆਂ ਸੜਕਾਂ ਤੇ ਇੱਕ ਸ਼ਾਨਦਾਰ ਇੰਡੀਆ ਡੇ ਪਰੇਡ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪਰੇਡ ਵਿੱਚ ਹਿੰਦੁਸਤਾਨੀ ਭਾਈਚਾਰੇ ਦੇ ਲੋਕ ਤਾਂ ਸ਼ਾਮਲ ਹੋਏ ਹੀ, ਉਹਨਾਂ ਦੇ ਨਾਲ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਵੀ ਪਰੇਡ ਵਿੱਚ ਵੱਧ ਚੜ ਕੇ ਹਿੱਸਾ ਲਿੱਤਾ। ਪਰੇਡ ਵਿੱਚ ਹਰ ਕਿਸੇ ਦੇ ਚਿਹਰੇ ਤੇ ਹਿੰਦੁਸਤਾਨ ਦੀ ਆਜ਼ਾਦੀ ਦਿਹਾੜੇ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਇਸ ਪਰੇਡ ਵਿੱਚ ਹਿੰਦੁਸਤਾਨ ਦੇ ਤਿਰੰਗੇ ਝੰਡੇ ਦੀ ਸ਼ਾਨ ਵੀ ਵੱਖਰੀ ਹੀ ਨਜ਼ਰ ਆ ਰਹੀ ਸੀ। ਹਰ ਕਿਸੇ ਨੇ ਹੱਥ ਵਿੱਚ ਤਿਰੰਗਾ ਝੰਡਾ ਫੜਿਆ ਹੋਇਆ ਸੀ ਤੇ ਜੈ ਹਿੰਦ ਦੇ ਨਾਅਰੇ ਲਗਾਏ ਜਾ ਰਹੇ ਸਨ। ਇਸ ਮੌਕੇ ਤੇ ਸਾਰਿਆਂ ਨੇ ਹਿੰਦੁਸਤਾਨ ਦੇ 68ਵੇਂ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਅੱਜ ਅਸੀਂ ਹਿੰਦੁਸਤਾਨ ਦਾ ਆਜ਼ਾਦੀ ਦਿਹਾੜਾ ਇਸ ਅਮਰੀਕਾ ਦੇ ਵਿੱਚ ਹਿਕਸਵਿਲ ਦੇ ਵਿੱਚ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦੇ ਸ਼ੁਭ ਅਵਸਰ ਦੀਆਂ ਲੱਖ ਲੱਖ ਵਧਾਈਆਂ। ਮੈਂ ਆਪਣਾ ਬਾਜ਼ਾਰ ਦੇ ਪੂਰੇ ਸਮੂਹ ਅਦਾਰੇ ਵੱਲੋਂ ਪੂਰੇ ਦੇਸ਼ ਨੂੰ, ਹਿੰਦੁਸਤਾਨ ਨੂੰ ਆਜ਼ਾਦੀ ਦੀ ਬਹੁਤ ਬਹੁਤ ਵਧਾਈ ਦਿੰਦਾ ਆ। ਔਰ ਅਸੀਂ ਇਸ ਦੇਸ਼ ਦੇ ਵਿੱਚ ਵੀ ਆ ਕੇ, ਇਸ ਦੇਸ਼ ਨੇ ਵੀ ਸਾਨੂੰ ਬਹੁਤ ਕੁਝ ਦਿੱਤਾ ਆ। ਸਾਨੂੰ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ਕਿ ਇਸ ਦੇਸ਼ ਨੇ ਸਾਨੂੰ ਓਪਰਚੁਨਿਟੀ ਦਿੱਤੀ ਆ। ਅਸੀਂ ਇਸ ਦੇਸ਼ ਦੇ ਵਿੱਚ ਆ ਕੇ ਤਰੱਕੀ ਕਰ ਸਕਦੇ। ਇਸੇ ਤਰ੍ਹਾਂ ਦਾ ਅਸੀਂ ਆਪਣੇ ਦੇਸ਼ ਨੂੰ ਵੀ ਬਣਾਈਏ। ਜਿਸ ਤਰ੍ਹਾਂ ਦੀ ਇਮਾਨਦਾਰੀ ਔਰ ਲਾਅ ਅਸੀਂ ਇਸ ਤੇ ਫੋਲੋ ਕਰਦੇ ਹਾਂ, ਅਗਰ ਅਸੀਂ ਆਪਣੇ ਮੁਲਕ ਦੇ ਵਿੱਚ ਵੀ ਇਸ ਤਰ੍ਹਾਂ ਕਰੀਏ ਕਿ ਇੱਕ ਦਿਨ ਸਾਡਾ ਮੁਲਕ ਵੀ ਇਸੇ ਤਰ੍ਹਾਂ ਹੋ ਜਾਊਗਾ। ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀਆਂ ਬਹੁਤ ਬਹੁਤ ਵਧਾਈਆਂ। ਇਹ ਸਾਡੀ ਐਨੂਅਲ 4th ਪਰੇਡ ਹੈਗੀ ਹੈ। ਇਹਦੇ ਵਿੱਚ ਅਸੀਂ ਇੱਕ ਨਵੀਂ ਚੀਜ਼ ਕੀਤੀ ਹੈਗੀ ਹੈ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਪਰੇਡ ਵਿੱਚ ਮਾਰਚ ਕਰ ਸਕਦੇ ਹੋ। ਵਿਦ ਇਨ ਯੋਰ ਕਾਰ, ਬ੍ਰਿੰਗ ਯੋਰ ਫੈਮਿਲੀ ਐਂਡ ਐਵਰੀਥਿੰਗ। ਤੁਹਾਨੂੰ ਸਭ ਨੂੰ ਇੰਡੀਆ ਡੇ ਪਰੇਡ ਦੀ ਲੱਖ ਲੱਖ ਵਧਾਈ ਹੋਵੇ ਤੇ PTC ਦੇ ਦਰਸ਼ਕਾਂ ਨੂੰ ਇੰਡੀਆ ਪਰੇਡ ਦੀ ਲੱਖ ਲੱਖ ਵਧਾਈ ਹੋਵੇ। ਮੈਂ ਤੁਹਾਡੇ ਸਾਰੇ PTC ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਕਰਦਾ ਹਾਂ ਤੇ ਉਹਨਾਂ ਨੂੰ ਵਧਾਈਆਂ ਦਿੰਦਾ ਆ ਇਹ ਇੰਡੀਪੈਂਡੈਂਸ ਡੇ ਦੀਆਂ। ਤੇ ਜਿੰਨੇ ਵੀ ਵੱਧ ਤੋਂ ਵੱਧ ਇਹ ਸਾਡਾ ਫਰਜ਼ ਬਣਦਾ ਆ ਕਿ ਅਸੀਂ ਨਹੀਂ ਇਹਨੂੰ ਸੈਲੀਬ੍ਰੇਸ਼ਨ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਏ ਤੇ ਖਾਣਾ ਖਾਧਾ ਤੇ ਚਲੇ ਗਏ। ਜਿਨ੍ਹਾਂ ਬੰਦਿਆਂ ਨੇ ਇਸ ਵਾਸਤੇ ਕੁਰਬਾਨੀਆਂ ਦਿੱਤੀਆਂ, ਊਧਮ ਸਿੰਘ, ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਹੋਰ ਜਿਹੜੇ ਬੰਦਿਆਂ ਨੇ ਇਹ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਵੀ ਯਾਦ ਰੱਖਣ ਲਈ ਇਹ ਅਸੀਂ ਸੈਲੀਬ੍ਰੇਸ਼ਨ ਕਰਦੇ ਹਾਂ। ਸਾਰੇ ਹੀ ਦਰਸ਼ਕਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਇਸ ਕਮੇਟੀ ਦੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਵੱਡੀ ਐਫਰਟਸ ਕੀਤੀਆਂ ਅੱਜ ਦੀ ਇੰਡੀਪੈਂਡੈਂਸ ਡੇ ਲਈ, ਜਿਨ੍ਹਾਂ ਨੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਆਪਣਾ ਵਿਰਸਾ ਦਿਖਾਉਣ ਦੀ ਐਫਰਟਸ ਕੀਤੀ ਹੈ। ਸਾਰੇ ਹੀ ਸੰਗਤ ਨੂੰ, ਸਾਰੇ ਹੀ ਲੋਕਾਂ ਨੂੰ ਬਹੁਤ ਬਹੁਤ ਵਧਾਈ ਤੇ ਸਾਰੀ ਕਮੇਟੀ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਫॉर ਇੰਡੀਪੈਂਡੈਂਸ ਡੇ ਪਰੇਡ। ਪ੍ਰਬੰਧਕਾਂ ਵੱਲੋਂ ਪਰੇਡ ਦੇ ਸਮਾਪਨ ਤੇ ਇੱਕ ਸ਼ਾਨਦਾਰ ਸਮਾਗਮ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਬਾਲੀਵੁੱਡ ਅਦਾਕਾਰਾ ਨੀਤੂ ਚੰਦਰਾ ਨੇ ਬਤੌਰ ਗ੍ਰੈਂਡ ਮਾਰਸ਼ਲ ਅਤੇ 2014 ਦੀ ਮਿਸ ਅਮਰੀਕਾ ਨੀਨਾ ਡਾਵਲੋਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੇ ਸਮਾਗਮ ਵਿੱਚ ਮੌਜੂਦ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਸਾਰਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਸਮਾਗਮ ਨੂੰ ਵੇਖਣ ਵਾਸਤੇ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਪਹੁੰਚੇ ਸਨ, ਜਿਨ੍ਹਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਬਹੁਤ ਖੁਸ਼ੀ महसूस की। बहुत अच्छा लग रहा है। इंडिया डे परेड में इतने लोग तादाद में आए हैं। इट्स such a feeling of unity. I am so proud of being an Indian. I'm so happy that all the Indians are doing very well here. So that's a great thing. So today's been a wonderful day, just celebrating our culture, our heritage, getting our message out there about our community has been really wonderful to represent both Indians and Americans alike here. Actually, this is my third parade. I really support this parade every single year, and I'm here with my Polish friends, and we're friends with Bobby Kalodi. ਸਮਾਗਮ ਵਿੱਚ ਪ੍ਰਬੰਧਕਾਂ ਵੱਲੋਂ ਖਾਣੇ ਦੀਆਂ ਚੀਜ਼ਾਂ ਨਾਲ ਸੰਬੰਧਿਤ ਸਟਾਲ ਵੀ ਲਗਾਏ ਗਏ ਸਨ। ਹਿੰਦੁਸਤਾਨੀ ਦੁਨੀਆ ਦੇ ਚਾਹੇ ਕਿਸੇ ਕੋਨੇ 'ਚ ਵੀ ਵਸਦੇ ਹੋਣ, ਉਹਨਾਂ ਦਾ ਦਿਲ ਹਮੇਸ਼ਾ ਹਿੰਦੁਸਤਾਨ ਵਿੱਚ ਹੀ ਰਹਿੰਦਾ ਹੈ। ਜਿੱਦਾਂ ਹਿੰਦੁਸਤਾਨ ਦਾ ਆਜ਼ਾਦੀ ਦਿਹਾੜਾ ਪੂਰੇ ਹਿੰਦੁਸਤਾਨ ਦੇ ਵਿੱਚ ਉਤਸ਼ਾਹ ਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਹਿੰਦੁਸਤਾਨ ਦਾ ਆਜ਼ਾਦੀ ਦਿਹਾੜਾ ਅਮਰੀਕਾ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੇ ਮਨਾਇਆ ਜਾ ਰਿਹਾ ਹੈ। ਹਿਕਸਵਿਲ ਵਿੱਚ ਇਸ ਮੌਕੇ ਤੇ ਇੱਕ ਸ਼ਾਨਦਾਰ ਪਰੇਡ ਕੱਢੀ ਗਈ ਔਰ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿੱਤ ਹਿੰਦੁਸਤਾਨੀ ਭਾਈਚਾਰੇ ਦੇ ਲੋਕਾਂ ਨੇ ਤਾਂ ਹਿੱਸਾ ਲਿਆ ਹੀ, ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਸੋ ਹਿੰਦੁਸਤਾਨੀਆਂ ਨੇ ਅਮਰੀਕਾ ਵਿੱਚ ਆ ਕੇ ਵੀ ਇਹ ਸਾਬਤ ਕਰ ਦਿੱਤਾ, ਚਾਹੇ ਉਹ ਵਿਦੇਸ਼ ਵਿੱਚ ਹੀ ਵਸਦੇ ਨੇ, ਲੇਕਿਨ ਉਹਨਾਂ ਦਾ ਦਿਲ ਅੱਜ ਵੀ ਹਿੰਦੁਸਤਾਨ ਵਿੱਚ ਹੀ ਵਸਿਆ ਹੋਇਆ ਹੈ। ਕੈਮਰਾਮੈਨ ਬਲਵੰਤ ਹੋਠੀ ਦੇ ਨਾਲ ਕੁਮਾਰ ਸੰਜੀਵ, PTC ਨਿਊਜ਼, ਨਿਊਯਾਰਕ। ਹੁਣ ਗੱਲ ਕਰਦੇ ਹਾਂ ਸਿਲਵਰ ਸਕਰੀਨ ਦੀ। ਪ੍ਰਸਿੱਧ ਫਿਲਮ ਡਾਇਰੈਕਟਰ ਗੁੱਡੂ ਧਨੋਆ ਦੀ ਡਾਇਰੈਕਸ਼ਨ ਹੇਠ ਬਣੀ ਨਵੀਂ ਰੋਮਾਂਟਿਕ ਪੰਜਾਬੀ ਫਿਲਮ ਰਮਤਾ ਜੋਗੀ ਦੀ ਸਟਾਰਕਾਸਟ ਫਿਲਮ ਦੀ ਪ੍ਰੋਮੋਸ਼ਨ ਲਈ ਫਰੀਦਕੋਟ ਦੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਨਰਸਿੰਗ ਵਿੱਚ ਪਹੁੰਚੀ। ਇਹ ਫਿਲਮ 14 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਮੌਕੇ ਫਿਲਮ ਦੇ ਡਾਇਰੈਕਟਰ ਧਨੋਆ ਨੇ ਦੱਸਿਆ ਕਿ ਉਹਨਾਂ ਦੀ ਇਹ ਫਿਲਮ ਅੱਜ ਦੇ ਪ੍ਰਚਲਿਤ ਵਿਸ਼ੇ ਤੋਂ ਹਟ ਕੇ ਬਣਾਈ ਗਈ ਹੈ ਅਤੇ ਫਿਲਮ ਵਿੱਚ ਧੀਆਂ ਦੀ ਸਮਾਜ ਵਿੱਚ ਅਹਿਮੀਅਤ ਨੂੰ ਵਿਸ਼ਾ ਬਣਾਇਆ ਗਿਆ। ਫਿਲਮ ਦੀ ਹੀਰੋਇਨ ਨੇ ਵੀ ਦਰਸ਼ਕਾਂ ਨੂੰ ਇਸ ਫਿਲਮ ਨੂੰ ਵੱਧ ਤੋਂ ਵੱਧ ਵੇਖਣ ਦੀ ਅਪੀਲ ਕੀਤੀ। ਇਸ ਵਕਤ ਸਾਡੇ ਨਾਲ ਜਿਹੜੀ ਹੈ ਰਮਤਾ ਜੋਗੀ ਜਿਹੜੀ ਪੰਜਾਬੀ ਪਿਕਚਰ ਆ ਰਹੀ ਹੈਗੀ ਹੈ, ਜਿਹੜੀ ਕਿ ਇੱਕ ਪ੍ਰੇਮ ਕਹਾਣੀ ਹੈਗੀ, ਉਹਦੀ ਟੀਮ ਸਾਡੇ ਨਾਲ ਹੈ। ਦੀਪ ਜੀ ਸਾਡੇ ਨਾਲ ਹੈ, ਕੀ ਕਹਿਣਾ ਚਾਹੋਗੇ ਇਸ ਵਿੱਚ? ਸਤਿ ਸ਼੍ਰੀ ਅਕਾਲ ਜੀ। 14 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਮੇਰੀ ਫਿਲਮ ਰਮਤਾ ਜੋਗੀ। ਵਿਜੇਤਾ ਫਿਲਮਸ ਦੀ ਫਿਲਮ ਆ, ਗੁੱਡੂ ਧਨੋਆ ਜੀ ਨੇ ਡਾਇਰੈਕਟ ਕੀਤੀ ਆ। ਇੱਕ ਲਵ ਸਟੋਰੀ ਆ, ਬਹੁਤ ਚੰਗਾ ਮਿਊਜ਼ਿਕ ਆ ਤੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਜਾ ਕੇ ਦੇਖਿਓ ਤੇ ਉਸ ਤੋਂ ਬਾਅਦ ਸਾਨੂੰ ਦੱਸਿਓ ਕਿਵੇਂ ਲੱਗੀ ਫਿਲਮ। I'm sure everyone is gonna love it. Thank you. ਜੀ ਤੁਸੀਂ ਕੀ ਕਹਿਣਾ ਚਾਹੋਗੇ, ਕੀ ਇਹਦੇ ਵਿੱਚ ਮੇਨ ਖਾਸ ਪਿਕਚਰ ਦੇ ਵਿੱਚ? ਪਿਕਚਰ ਦੀ ਜਿਹੜਾ ਸਬਜੈਕਟ ਹੈ, ਜੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਧੀਆਂ ਸਾਡੇ ਸਮਾਜ ਲਈ, ਆਪਣੇ ਘਰਾਂ ਲਈ, ਵੰਸ਼ ਵਧਾਉਣ ਲਈ, ਜੇ ਧੀਆਂ ਨਹੀਂ ਹੋਣਗੀਆਂ ਤਾਂ ਆਪਣੇ ਘਰ ਕਿਵੇਂ ਬਸਣਗੇ। ਤਾਂ ਧੀਆਂ ਨੂੰ ਪਿਆਰ ਕਰੋ, ਉਹਨਾਂ ਦੀ ਰਿਸਪੈਕਟ ਕਰੋ,